So बच्चे question number 2 says 19.5 grams of fluoroacetic acid is dissolved in 500 grams of water. Depression in the freezing point of water is 10 degrees centigrade. So अपन delta TF देता. Calculate the Van't-Hoff's factor and Ka for fluoroacetic acid. So this is a very lengthy question. So देखो बच्चे, and very important. So question number 2 says 19.5 grams of, so WB is 19.5 grams of fluoroacetic acid. So बच्चे solute is fluoroacetic acid कितना 19.5 grams. So जब अपन 19.5 grams mention करता तो अपन मोलर मास इजीली फाइंड आउट कर लेंगे फ्लोरोएसिटिक एसिड का फार्मूला तो सो Mb. सो बच्चे एसिटिक एसिड ਹੁੰਦਾ 60 ग्राम्स, एक हाइड्रोजन गई 59 प्लस फ्लोरीन ਦਾ 19 ਤੁਸੀਂ ऐड कर दो 59 plus 19 will be 78 grams. So is dissolved in 500 grams of water. So WA is 500 grams. Depression in the freezing point of water is 10 degrees centigrade. So delta TF is equal to 10 degree. ਹੁਣ ਬੱਚੇ ਇਸ ਨੂੰ ਕੈਲਵਿਨ ਚ ਕਨਵਰਟ ਕਰਨ ਦੀ ਜ਼ਰੂਰਤ ਨਹੀਂ ਹੈ. ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਡਿਫਰੈਂਸ ਹੈ ਤਾਂ ਡਿਗਰੀ ਸੈਂਟੀਗ੍ਰੇਡ ਚ ਚਾਹੇ ਕੈਲਵਿਨ ਚ ਸੇਮ ਹੀ ਆਉਂਦਾ ਹੁੰਦਾ ਹੈ. Calculate the Van't-Hoff's factor. So ਆਪਾਂ ਨੇ I calculate करना है and Ka यानी कि dissociation constant calculate करना है. So बच्चे ਤੁਹਾਨੂੰ याद होएगा ਆਪਾਂ +1 ਚ ਕਰਦੇ ਸੀ dissociation constant calculate करना C alpha square upon 1 minus alpha. So ਪਹਿਲਾਂ ਆਪਾਂ I ਦੀ ਵੈਲਿਊ ਫਾਈਂਡ ਆਊਟ ਕਰਾਂਗੇ, I ਦੀ ਹੈਲਪ ਨਾਲ ਆਪਾਂ alpha ਫਾਈਂਡ ਆਊਟ ਕਰਾਂਗੇ, alpha ਦੀ ਹੈਲਪ ਨਾਲ ਆਪਾਂ A ਫਾਈਂਡ ਆਊਟ ਕਰਾਂਗੇ. So now ਹੁਣ ਇਹ ਕੁਐਸਚਨ ਆਪਾਂ ਨੇ ਕਿੱਦਾਂ ਸੋਲਵ ਕਰਨਾ ਹੈ. ਸੋ ਦੇਖੋ, ਸੋ ਫਰਸਟਲੀ ਆਪਾਂ ਆਪਣਾ ਡੈਲਟਾ TF ਦਾ ਫਾਰਮੂਲਾ ਲਗਾਵਾਂਗੇ. ਡੈਲਟਾ TF is equal to Kf into molality WB by MB into 1000 by WA. ਹੁਣ ਇੱਥੇ ਆ ਜਾਏਗਾ ਨਾਲ I. ਬੱਚੇ ਇਹ I ਲਗਾਉਣਾ ਨਾ ਭੁੱਲਿਓ, ਠੀਕ ਹੈ ਨਾ, क्योंकि I ਦੀ ਹੈਲਪ ਨਾਲ ਹੀ ਆਪਾਂ ਅੱਗੇ ਅਲਫਾ ਫਾਈਂਡ ਆਊਟ ਕਰਾਂਗੇ. ਸੋ Van't-Hoff's ਫੈਕਟਰ ਆ ਜਾਏਗਾ. ਸੋ ਕਿੰਨਾ ਦੇਖੋ, ਸੋ ਡੈਲਟਾ TF. ਅੱਛਾ ਹੁਣ ਦੇਖੋ, ਤੁਹਾਨੂੰ ਇਸ ਚੀਜ਼ ਦੀ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ. ਤੁਸੀਂ ਕਹੋਗੇ ਕਿ ਸਰ ਇਹ ਤਾਂ ਗਿਵਨ ਹੀ ਨਹੀਂ ਹੈ ਕਿ ਐਸੋਸੀਏਸ਼ਨ ਹੋ ਰਹੀ ਹੈ ਡਿਸੋਸੀਏਸ਼ਨ. ਉਹ ਕਿੱਥੋਂ ਪਤਾ ਲੱਗੇਗਾ? I ਦੀ ਵੈਲਿਊ ਤੋਂ. ਜਿੰਨੀ I ਦੀ ਵੈਲਿਊ ਆ ਗਈ, ਅਗਰ ਉਹ ਗ੍ਰੇਟਰ ਦੈਨ 1 ਹੈ ਤਾਂ ਡਿਸੋਸੀਏਸ਼ਨ, ਅਗਰ ਲੈਸ ਦੈਨ 1 ਹੈ ਤਾਂ ਐਸੋਸੀਏਸ਼ਨ. ਸੋ ਦੇਖੋ, ਨਾਓ delta TF is 10 degrees is equal to I into water ਦਾ KF ਕਿੰਨਾ ਹੁੰਦਾ ਬੱਚੇ 1.86 into WB 19.5 upon 78 into 1000 upon WA 500 grams. So ਬੱਚੇ ਇੱਥੋਂ ਆਪਣੇ ਕੋਲ I ਦੀ ਵੈਲਿਊ ਫਾਈਂਡ ਆਊਟ ਹੋ ਜਾਏਗੀ. ਉਹ ਆਪਾਂ ਇੱਕ ਵਾਰ just to save our time ਕਾਪੀ ਕਰ ਲੈਂਦੇ ਹਾਂ. So I comes out to be 1.0753. So इथों अपन ये तो गल क्लियर होगी ना कि it undergoes dissociation in water. Fine. अच्छा बच्चे मैं ਤੁਹਾਨੂੰ वैसे भी थोड़ी knowledge ਲਈ ਦੱਸਦਾ ਕਿ ਜਿਵੇਂ ਆਪਾਂ ਨੇ ਕੱਲ ਕਿਹਾ ਸੀਗਾ ਕਿ ਕਾਰਬੋਕਸਿਲਿਕ ਐਸਿਡ ਜੋ ਡਾਈਮਰਸ ਬਣਾਉਂਦੇ ਨੇ ਤਾਂ they form dimers in benzene. ਪਾਣੀ ਦੇ ਵਿੱਚ ਨਹੀਂ, ਕਿਉਂਕਿ ਜਦੋਂ ਉਹ ਬੈਂਜ਼ੀਨ ਚ ਹੋਣਗੇ ਤਾਂ ਉਹਨਾਂ ਦਾ ਹਾਈਡਰੋਜਨ ਬੌਂਡਿੰਗ ਆਪਸ ਚ ਹੋਏਗੀ, ਜਿਵੇਂ ਆਪਾਂ ਨੇ ਕੱਲ ਕੀਤਾ ਸੀ. ਜਦੋਂ ਉਹ ਪਾਣੀ ਚ ਡਿਸੋਲਵ ਹੁੰਦੇ ਨੇ ਉਦੋਂ ਉਹਨਾਂ ਦੀ ਹਾਈਡਰੋਜਨ ਬੌਂਡਿੰਗ ਵਾਟਰ ਨਾਲ ਹੁੰਦੀ ਹੈ ਤੇ ਉਦੋਂ ਉਹ ਡਿਸੋਸ਼ੀਏਟ ਕਰਦੇ ਆ. ਦੇਖੋ, ਜਦੋਂ ਤੁਸੀਂ ਬੈਂਜ਼ੀਨ ਚ ਲਾਓਗੇ ਉਦੋਂ ਤਾਂ ਉਹ ਜਿਵੇਂ ਆਪਾਂ ਨੇ ਕੱਲ ਕੀਤਾ ਸੀ ਐਦਾਂ ਡਾਈਮਰ ਬਣਾ ਲਾਂਗੇ. ਜਦੋਂ ਉਹ ਪਾਣੀ ਚ ਹੋਣਗੇ ਤਾਂ CH3COO will break down into CH3COO negative plus H positive, ਜਿੱਦਾਂ ਆਪਾਂ ਐਸਿਡ ਦੀ ਡੈਫੀਨੇਸ਼ਨ ਕਰਦੇ ਹੁੰਦੇ ਹਾਂ. ਸੋ ਧਿਆਨ ਚ ਰੱਖਣਾ ਹੈ ਕਿ ਦੇਖੋ dissociation in water and association in benzene. ठीक है ना. चलो खैर ਆਪਾਂ ਟੌਪਿਕ ਤੇ ਵਾਪਸ ਆਨੇ हैं. ਸੋ ਆਪਣੇ ਕੋਲ I ਦੀ ਵੈਲਿਊ ਆ ਗਈ. ਨਾਓ ਹੁਣ ਆਪਾਂ ਇੱਥੋਂ ਅਲਫਾ ਫਾਈਂਡ ਆਊਟ ਕਰਾਂਗੇ. ਸੋ ਇਹ ਆਪਣਾ ਫਰਸਟ ਸਟੈਪ ਸੀ ਬੱਚੇ.
now alpha is equal to I minus 1 upon n minus 1. So I मैं find out कर लिया 1.0753 minus 1 upon n बचे. सो ਇਹਦੀ डिसोसिएशन ਕਿਵੇਂ ਹੁੰਦੀ ਹੈ H ਪੋਜ਼ਿਟਿਵ ਬਾਹਰ ਨਿਕਲ ਜਾਂਦਾ ਤੇ ਬਾਕੀ ਸਾਰਾ 네ਗੇਟਿਵ, ਯਾਨੀ ਕਿ ਇੱਕ ਮੋਲੀਕਿਊਲ ਤੋਂ ਟੁੱਟ ਕੇ ਕਿੰਨੇ ਬਣਦੇ ਨੇ ਦੋ ਆਇਨਸ. ਸੋ 2 minus 1, ਸੋ alpha ਆਪਣੇ ਕੋਲ ਆ ਗਿਆ 0.0753. सो अपन ने 1 माइनस करता बच्चों अपॉन 1 आ गया. सो 0.0753 इज योर अल्फा. सो अपना सेकंड स्टेप भी पूरा हो गया. हुन अपन ने फाइंड आउट करना है Ka जिस दी वैल्यू हुंदी है C अल्फा स्क्वायर अपॉन 1 माइनस अल्फा. ए बच्चे ਆਪਾਂ ਫਾਰਮੂਲਾ ਕਦੋਂ ਕਰਦੇ ਸੀ dissociation constants of acids in chemical equilibrium +1. सो अल्फा ਦੀ ਵੈਲਿਊ ਆਪਣੇ ਕੋਲ ਹੈਗੀ ਹੈ, ਆਪਾਂ ਹੁਣੇ ਫਾਈਂਡ ਆਊਟ ਕੀਤੀ ਹੈ. C ਕੀ ਹੈ ਬੱਚੇ ਇੱਥੇ ਕਨਸੈਂਟ੍ਰੇਸ਼ਨ, ਜਿਹਨੂੰ ਆਪਾਂ ਕਹਿੰਦੇ ਹਾਂ ਮੋਲੈਰਿਟੀ, ਉਹ ਆਪਾਂ ਫਿਰ ਇੱਥੋਂ ਫਾਈਂਡ ਆਊਟ ਕਰਾਂਗੇ. ਸੋ ਪਹਿਲਾਂ ਆਪਾਂ ਇੱਥੋਂ ਮੋਲੈਰਿਟੀ ਫਾਈਂਡ ਆਊਟ ਕਰਾਂਗੇ. WB ਕਿੰਨਾ ਦਿੱਤਾ ਆਪਾਂ ਨੂੰ 19.5 upon MB 78 into 1000 upon again ਬੱਚੇ V ਹੁੰਦਾ ਹੈ ਵੋਲਿਊਮ ਆਫ ਸੋਲੂਸ਼ਨ, ਬਟ ਇਹਨਾਂ ਨੇ ਸੋਲਵੈਂਟ ਦਿੱਤਾ ਹੈ. बट ਇੱਥੇ ਆਪਾਂ ਇਹੀ ਲੈ ਕੇ ਚੱਲਾਂਗੇ ਕਿਉਂਕਿ ਸੋਲੂਸ਼ਨ ਇਜ਼ ਵੈਰੀ ਡਾਇਲੂਟ ਐਂਡ ਮੋਰ ਓਵਰ ਆਪਾਂ ਨੂੰ ਡੈਂਸਿਟੀ ਵੀ ਨਹੀਂ ਗਿਵਨ. ਸੋ ਬੇਸਿਕਲੀ ਆਪਾਂ ਨੇ ਮੋਲੈਲਿਟੀ ਫਾਈਂਡ ਆਊਟ ਕਰ ਲਈ, ਨਾ ਕਿ ਮੋਲੈਰਿਟੀ. ਸੋ ਆਪਾਂ ਇੱਥੇ 500 ਪੁੱਟ ਕਰ ਦਾਂਗੇ. ਦੇਖੋ ਇਹ ਮਾਸ ਆਫ ਸੋਲਵੈਂਟ ਪੁੱਟ ਕੀਤਾ ਨਾ ਆਪਾਂ ਨੇ, ਤਾਂ ਬੇਸਿਕਲੀ ਇਹ ਮੋਲੈਲਿਟੀ ਹੈ ਨਾ ਕਿ ਮੋਲੈਰਿਟੀ. ਠੀਕ ਹੈ. ਸੋ ਵੈਸੇ ਜੋ ਕਨਸੈਂਟ੍ਰੇਸ਼ਨ ਹੁੰਦੀ ਹੈ ਉਹ ਮੋਲੈਰਿਟੀ ਹੁੰਦੀ ਹੈ. ਅਗੇਨ ਆਈ ਰਿਪੀਟ ਕੈਪੀਟਲ M ਵਾਲੀ, ਤਾਂ ਕੰਫਿਊਜ਼ ਨਾ ਕਰਿਓ. ਸੋ ਹੁਣ ਆਪਾਂ ਜਿੰਨੀ ਵੀ ਇੱਥੋਂ ਵੈਲਿਊ ਆ ਗਈ ਉਸ ਵੈਲਿਊ ਨੂੰ ਆਪਾਂ ਇੱਥੇ ਪੁੱਟ ਕਰਾਂਗੇ ਇਨਟੂ ਅਲਫਾ ਆਪਾਂ ਨੇ ਫਾਈਂਡ ਆਊਟ ਕਰ ਲਿਆ 0.0753 ਇਹਦਾ ਸਕੁਆਇਰ upon 1 minus 0.0753. ਸੋ ਇਸ ਨੂੰ ਸੋਲਵ ਕਰਕੇ ਆਪਣੇ ਕੋਲ Ka ਦੀ ਵੈਲਿਊ ਆ ਜਾਏਗੀ. ਫਾਈਨ. ਸੋ ਦਿਸ ਇਜ਼ योर ਕੰਪਲੀਟ ਕੁਐਸਚਨ ਰਿਗਾਰਡਿੰਗ Van 't Hoff's factor in case of dissociation. Fine. ਹੁਣ ਆਪਾਂ ਇਦਾਂ ਹੀ ਇੱਕ ਦੋ ਕੁਐਸਚਨ ਸੋਲਵ ਕਰਾਂਗੇ ਰਿਲੇਟਡ ਟੂ ਐਸੋਸੀਏਸ਼ਨ ਬੱਚੇ. ਸੋ ਇਹ ਸਮਝ ਆ ਗਿਆ. ਆਪਾਂ ਨੇ ਪਹਿਲਾਂ ਇਸ ਡਾਟਾ ਦੀ ਹੈਲਪ ਨਾਲ Van 't Hoff's factor ਫਾਈਂਡ ਆਊਟ ਕੀਤਾ. Van 't Hoff's factor ਦੀ ਹੈਲਪ ਨਾਲ degree of dissociation ਦਾ ਫਾਰਮੂਲਾ ਯੂਜ਼ ਕਰਕੇ we calculated dissociation constant for the acid. Done. So now we shall solve a question related to association.